हाँ जी स्टूडेंट्स, टुडे वी विल स्टार्ट अ न्यू चैप्टर जॉइंट स्टॉक कंपनी. फर्स्ट ऑफ ऑल वी विल discuss the concept. The sole proprietorship and partnership form of organizations are inadequate to meet the financial and managerial requirements of the large scale business. ਆਪਾਂ ਪਹਿਲਾਂ already discuss ਕਰ ਚੁੱਕੇ ਹਾਂ sole proprietorship form of business and partnership form of organizations ਦੇ ਬਾਰੇ. ਠੀਕ ਆ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਸੋਲ ਪ੍ਰੋਪਰਾਈਟਰਸ਼ਿਪ ਸੀ ਅਤੇ ਪਾਰਟਨਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਸੀਗੀਆਂ ਉਹ ਇਹਦੀਆਂ ਫਾਈਨੈਂਸ਼ੀਅਲ ਅਤੇ ਮੈਨੇਜਰ ਰਿਕੁਆਇਰਮੈਂਟਸ ਨੂੰ ਪੂਰਾ ਨਹੀਂ ਕਰ ਪਾਉਂਦੀਆਂ ਸੀ. ਕਿੱਥੇ? ਜਿੱਥੇ ਲਾਰਜ ਸਕੇਲ ਬਿਜ਼ਨਸ ਹੁੰਦਾ ਸੀ. ਠੀਕ ਆ, ਮਤਲਬ ਵੱਡੇ ਪੈਮਾਨੇ 'ਤੇ ਕੋਈ ਬਿਜ਼ਨਸ ਕਰਨਾ ਤਾਂ ਉੱਥੇ ਇਹ ਵਾਲੀਆਂ ਜਿਹੜੀਆਂ ਫਾਰਮਸ ਸੀਗੀਆਂ ਆਰਗੇਨਾਈਜੇਸ਼ਨ ਦੀਆਂ ਉਹ ਸਿਊਟੇਬਲ ਨਹੀਂ ਸੀਗੀਆਂ. ਈਵਨ ਦੀਜ਼ ਆਰਗੇਨਾਈਜੇਸ਼ਨਸ ਆਰ ਨਾਟ ਏਬਲ ਟੂ ਅਬਜ਼ੋਰਬ ਨਿਊ ਟੈਕਨੀਕਲ ਇਨੋਵੇਸ਼ਨਸ ਬਿਕੋਜ਼ ਆਫ ਦੇਅਰ ਲਿਮਿਟਡ ਰਿਸੋਰਸਿਸ. ਇਸ ਤੋਂ ਇਲਾਵਾ ਹੋਰ ਕੀ ਪ੍ਰੋਬਲਮ ਸੀ ਇਹਨਾਂ ਦੇ ਵਿੱਚ ਕਿ ਜਿਵੇਂ ਜਿਵੇਂ ਨਿਊ ਟੈਕਨੋਲੋਜੀ ਆ ਰਹੀ ਆ ਉਹ ਨਿਊ ਇਨੋਵੇਸ਼ਨਸ ਨੂੰ ਇਹ ਆਰਗੇਨਾਈਜੇਸ਼ਨ ਆਪਦੇ ਕੋਲੇ ਯੂਜ਼ ਨਹੀਂ ਕਰ ਪਾਉਂਦੀਆਂ ਸੀ ਬਿਕਾਜ਼ ਉਹਨਾਂ ਕੋਲੇ ਜਿਹੜੇ ਰਿਸੋਰਸਿਸ ਸੀਗੇ ਉਹ ਲਿਮਟਡ ਸੀਗੇ. ਮੀਨਸ ਉਹਨਾਂ ਕੋਲੇ ਮਨੀ ਬਹੁਤ ਲਿਮਟਡ ਸੀ, ਮੈਨੇਜਰ ਸਕਿੱਲਸ ਲਿਮਟਡ ਸੀਗੀਆਂ. ਠੀਕ ਆ, ਸੋ ਅ ਨਿਊ ਫਾਰਮ ਆਫ ਆਰਗੇਨਾਈਜੇਸ਼ਨ ਇਜ਼ ਨੀਡਡ ਟੂ ਮੀਟ ਆਲ ਦਾ ਰਿਕੁਆਇਰਮੈਂਟਸ ਆਫ ਦਾ ਬਿਜ਼ਨਸ. ਸੋ ਇੱਥੇ ਇੱਕ ਨਵੀਂ ਆਰਗੇਨਾਈਜੇਸ਼ਨ ਦੀ ਜ਼ਰੂਰਤ ਪਈ ਜਿਹੜੀਆਂ ਕਿ ਸਾਰੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰ ਸਕਦੀ. ਠੀਕ ਆ, ਅੰਡਰ ਦੀਜ਼ ਸਰਕਮਸਟਾਂਸਿਸ a company form of organization is considered to be the best to provide suitable answers to all the problems of the business. So इस condition ਦੇ ਵਿੱਚ ਕੀ ਕੀਤਾ ਗਿਆ ਕਿ ਇੱਕ company form of organization consider ਕੀਤੀ ਗਈ ਜਿਹੜੀ ਕਿ best ਸੀ, ਜਿਹਦੇ ਵਿੱਚ ਕਿ ਸਾਰੀਆਂ problems ਦਾ solution ਸੀਗਾ. ਮਤਲਬ ਜਿਹੜੇ ਲਿਮੀਟੇਸ਼ਨ ਸੋਲ ਪ੍ਰੋਪਰਾਈਟਰ ਦੇ ਵਿੱਚ ਜਾਂ ਪਾਰਟਨਰਸ਼ਿਪ ਫਾਰਮ ਆਫ ਆਰਗੇਨਾਈਜੇਸ਼ਨ ਦੇ ਵਿੱਚ ਰਹਿ ਗਈਆਂ ਸੀਗੀਆਂ ਉਹ ਇਹਦੇ ਵਿੱਚ ਕੀ ਹੋ ਗਈਆਂ, ਰਿਮੂਵ ਹੋ ਗਈਆਂ. In this form of organization, capital is contributed by a large number of persons known as shareholders. ਕੰਪਨੀ ਦੇ ਵਿੱਚ ਜਾਂ ਜੁਆਇੰਟ ਸਟਾਕ ਕੰਪਨੀ ਕਹਿ ਲਓ ਇਹਨੂੰ ਜਾਂ ਇਕੱਲਾ ਕੰਪਨੀ ਕਹਿ ਸਕਦੇ ਆਪਾਂ, ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਪੈਸਾ ਲਗਾਇਆ ਜਾਂਦਾ ਉਹ ਸਾਰਿਆਂ ਦਾ ਕੰਟਰੀਬਿਊਟ ਕੀਤਾ ਜਾਂਦਾ. ਮਤਲਬ ਸਾਰੇ ਲੋਕਾਂ ਦੁਆਰਾ, ਕੁਛ ਲੋਕ ਹੁੰਦੇ ਆ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਉਹ ਆਪਾਂ ਅੱਗੇ ਫਰਦਰ ਡਿਸਕਸ ਕਰਾਂਗੇ. ਲਾਰਜ ਨੰਬਰ ਆਫ ਪਰਸਨ ਆਪਦਾ ਪੈਸਾ ਉਹਦੇ ਵਿੱਚ ਇਨਵੈਸਟ ਕਰਦੇ ਆ. ਠੀਕ ਆ, ਤਾਂ ਉਹਨਾਂ ਨੂੰ ਜਿਹੜੇ ਪਰਸਨ ਜਿਨ੍ਹਾਂ ਨੇ ਪੈਸਾ ਲਗਾਇਆ ਕੰਪਨੀ ਦੇ ਵਿੱਚ ਉਹਨਾਂ ਨੂੰ ਅਸੀਂ ਸ਼ੇਅਰ ਹੋਲਡਰ ਬੋਲਦੇ ਹਾਂ. ਦ ਲਾਇਬਿਲਿਟੀ ਆਫ ਦੀਜ਼ ਮੈਂਬਰਸ ਇਜ਼ ਲਿਮਿਟਡ ਟੂ ਦ ਐਕਸਟੈਂਟ ਆਫ ਦੇਅਰ ਕੰਟਰੀਬਿਊਸ਼ਨ ਟੂ ਦ ਕੈਪੀਟਲ ਆਫ ਦ ਕੰਪਨੀ. ਲਾਇਬਿਲਿਟੀ ਹੁੰਦੀ ਹੈ ਦੇਣਦਾਰੀ. ਸਪੋਜ਼ ਕਰ ਲਓ ਕਦੇ ਨੁਕਸਾਨ ਵਗੈਰਾ ਵੀ ਹੋਊਗਾ ਕਦੇ ਕੰਪਨੀ ਨੂੰ. ਠੀਕ ਆ, ਤਾਂ ਉਹਦੇ ਵਿੱਚ ਜਿੰਨਾ ਇਹਨਾਂ ਨੇ ਪੈਸਾ ਇਨਵੈਸਟ ਕੀਤਾ ਸਿਰਫ ਉਹੀ ਜਾਊਗਾ, ਇਹਨਾਂ ਦੀ ਕੋਈ ਪਰਸਨਲ ਪ੍ਰੋਪਰਟੀ ਅਟੈਚ ਨਹੀਂ ਹੋਊਗੀ. ਜਿਵੇਂ ਆਪਾਂ ਸੋਲ ਪ੍ਰੋਪਰਾਈਟਰਸ਼ਿਪ 'ਚ ਪੜ੍ਹਿਆ ਜਾਂ ਪਾਰਟਨਰਸ਼ਿਪ ਫਰਮ ਦੇ ਵਿੱਚ ਪੜ੍ਹਿਆ, ਜਿਹੜੇ ਇਹਦੇ ਵਿੱਚ ਪਰਸਨ ਸੀ ਜਾਂ ਪਾਰਟਨਰ ਸੀ ਜਾਂ ਉਹ ਸੋਲ ਪ੍ਰੋਪਰਾਈਟਰ ਪਰਸਨ ਸੀਗਾ ਉਹਨਾਂ ਦੀ ਲਾਇਬਿਲਿਟੀ ਅਨਲਿਮਿਟਡ ਸੀ. ਠੀਕ ਆ, ਬਟ ਇਹਦੀ ਲਾਇਬਿਲਿਟੀ ਕੀ ਹੈ ਪਰਸਨਸ ਦੀ, ਜਿਹੜੇ ਮੈਂਬਰਸ ਨੇ ਇਹਦੇ ਸ਼ੇਅਰ ਹੋਲਡਰਸ ਦੀ, ਲਿਮਟਡ ਆ ਅਪ ਟੂ ਦ ਐਕਸਟੈਂਟ ਆਫ ਦੇਅਰ ਕੰਟਰੀਬਿਊਸ਼ਨ. ਮਤਲਬ ਜਿੰਨਾ ਉਹਨਾਂ ਨੇ ਪੈਸਾ ਲਗਾਇਆ ਸਿਰਫ ਓਨਾ ਹੀ ਆ, ਉਹਦਾ ਹੀ ਨੁਕਸਾਨ ਹੋ ਸਕਦਾ. ਨੈਕਸਟ ਦੇਖੋ, ਐਟ ਪ੍ਰੈਜ਼ੈਂਟ ਇਨ ਇੰਡੀਆ ਆਲ ਦ ਅੰਡਰਟੇਕਿੰਗਸ ਆਰ ਇਨਕੋਰਪੋਰੇਟਡ ਬਾਈ ਰਜਿਸਟ੍ਰੇਸ਼ਨ ਅੰਡਰ ਦ ਕੰਪਨੀਜ਼ ਐਕਟ 2013. ਮਤਲਬ 2013 ਇੱਕ ਕੰਪਨੀਜ਼ ਐਕਟ ਬਣਿਆ ਹੋਇਆ. ਜਿੰਨੀਆਂ ਵੀ ਅੰਡਰਟੇਕਿੰਗ ਮਤਲਬ ਜਿੰਨੀਆਂ ਵੀ ਕੰਪਨੀਜ਼ ਬਣੀਆਂ ਹੋਈਆਂ ਸਾਰੀਆਂ ਇਸ ਐਕਟ ਦੇ ਅੰਡਰ ਕੀ ਹੋਈਆਂ ਨੇ, ਰਜਿਸਟਰਡ ਨੇ. ਦੀਜ਼ ਰਜਿਸਟਰਡ ਅੰਡਰਟੇਕਿੰਗਸ ਆਰ ਆਲਸੋ ਨੋਨ ਐਜ਼ ਕੰਪਨੀਜ਼. ਸੋ ਇਹਨਾਂ ਨੂੰ ਜੁਆਇੰਟ ਸਟਾਕ ਕੰਪਨੀਜ਼ ਕਹਿ ਦਿੰਦੇ ਆ, ਇਕੱਲਾ ਕੰਪਨੀਜ਼ ਵੀ ਕਿਹਾ ਜਾਂਦਾ ਹੈ. ਨਾਓ ਨੈਕਸਟ ਟੋਪਿਕ ਇਜ਼ ਮੀਨਿੰਗ ਐਂਡ ਡੈਫੀਨੇਸ਼ਨ. ਫਸਟ ਆਫ ਆਲ ਆਪਾਂ ਇਹਦਾ ਮੀਨਿੰਗ ਦੇਖਦੇ ਹਾਂ. A company is an artificial person created by law for a common object. ਕੰਪਨੀ ਇੱਕ ਆਰਟੀਫਿਸ਼ੀਅਲ ਪਰਸਨ ਹੁੰਦੀ ਹੈ ਜਿਹੜੀ ਕਿ ਕਾਨੂੰਨ ਦੁਆਰਾ ਬਣਾਈ ਜਾਂਦੀ ਆ ਫੋਰ ਅ ਕਾਮਨ ਆਬਜੈਕਟ. ਮਤਲਬ ਕੁਛ ਲੋਕਾਂ ਦਾ ਇੱਕ ਕਾਮਨ ਆਬਜੈਕਟਿਵ ਸੀ, ਉਹਦੇ ਕਰਕੇ ਉਹਨਾਂ ਨੇ ਇਕੱਠੇ ਹੋ ਕੇ ਕੰਪਨੀ ਨੂੰ ਬਣਾਇਆ. ਐਜ਼ ਅ ਲੀਗਲ ਪਰਸਨ ਇਟ ਹੈਜ਼ ਸਟੇਟਸ ਐਂਡ ਪਰਸਨੈਲਿਟੀ ਡਿਸਟਿੰਕਟ ਐਂਡ ਸੈਪਰੇਟ ਫਰੋਮ ਦਾ ਮੈਂਬਰਸ ਹੂ ਕੰਪੋਜ਼ ਇਟ. ਹੁਣ ਦੇਖੋ ਕਾਨੂੰਨ ਦੀਆਂ ਨਿਗਾਹ ਦੇ ਵਿੱਚ ਇਹ ਇੱਕ ਪਰਸਨ ਆ, ਇੱਕ ਆਰਟੀਫਿਸ਼ੀਅਲ ਪਰਸਨ ਆ, ਤਾਂ ਇਹਦਾ ਸਟੇਟਸ, ਇਹਦੀ ਪਰਸਨੈਲਿਟੀ ਅਲੱਗ ਆ. ਕਿਹਦੇ ਨਾਲੋਂ? ਆਪਦੇ ਮੈਂਬਰਸ ਨਾਲੋਂ, ਜਿਹੜੇ ਮੈਂਬਰਸ ਨੇ ਇਹਨੂੰ ਬਣਾਇਆ. ਮਤਲਬ ਇਹਦੇ ਮੈਂਬਰਸ ਨੂੰ ਅਲੱਗ ਮੰਨਿਆ ਜਾਂਦਾ ਵਾ ਅਤੇ ਕੰਪਨੀ ਨੂੰ ਅਲੱਗ ਮੰਨਿਆ ਜਾਂਦਾ. ਹੀਅਰ ਦ ਕੈਪੀਟਲ ਇਜ਼ ਕੰਟਰੀਬਿਊਟਡ ਬਾਏ ਲਾਰਜ ਨੰਬਰ ਆਫ ਪਰਸਨਸ ਨੋਨ ਐਜ਼ ਸ਼ੇਅਰ ਹੋਲਡਰਸ. ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ ਵਿੱਚ ਕਾਫੀ ਲੋਕਾਂ ਦੁਆਰਾ ਕੀ ਕੀਤਾ ਜਾਂਦਾ, ਪੈਸਾ ਲਗਾਇਆ ਜਾਂਦਾ. ਉਹਨਾਂ ਲੋਕਾਂ ਨੂੰ ਅਸੀਂ ਕੀ ਬੋਲਦੇ ਹਾਂ, ਸ਼ੇਅਰ ਹੋਲਡਰਸ. ਠੀਕ ਆ, the liability of these shareholders is limited to the extent of their contribution to the capital of the company. ਕੰਪਨੀ ਦੇ ਵਿੱਚ ਉਹਨਾਂ ਨੇ ਕਿੰਨਾ ਪੈਸਾ ਲਗਾਇਆ ਵਾ
ਉਹੀ ਪੈਸਾ ਉਹਨਾਂ ਦਾ ਜੇ ਨੁਕਸਾਨ ਵੀ ਹੁੰਦਾ ਤਾਂ ਜਾਊਗਾ। ਇਟ ਮੀਨਸ ਇਹਨਾਂ ਦੀ ਲਾਇਬਿਲਿਟੀ ਕੀ ਹੈ ਮੈਂਬਰਸ ਦੀ ਲਿਮਟਡ ਆ ਅਪ ਟੂ ਦ ਐਕਸਟੈਂਟ ਆਫ देयर ਕੰਟਰੀਬਿਊਸ਼ਨ, ਮਤਲਬ ਜਿੰਨਾ ਉਹਨਾਂ ਨੇ ਪੈਸਾ ਲਗਾਇਆ ਉੱਥੇ ਤੱਕ ਹੀ ਲਿਮਟਡ ਆ। ਨੈਕਸਟ ਇਹਦੀ ਡੈਫੀਨੇਸ਼ਨਸ ਨੇ ਕੁਝ, ਬਟ ਆਪਾਂ ਇੱਕੋ ਹੀ ਡੈਫੀਨੇਸ਼ਨ ਕਰਦੇ ਹਾਂ। ਫਸਟ ਵਨ, A corporation is an artificial person, invisible, intangible and existing only in the eyes of law। ਇਹਨੂੰ corporation ਵੀ ਕਹਿ ਦਿੰਦੇ ਆ, ਠੀਕ ਆ। ਮਤਲਬ ਇੱਕ ਕੰਪਨੀ ਇੱਕ ਇਸ ਤਰ੍ਹਾਂ ਦਾ ਆਰਟੀਫਿਸ਼ੀਅਲ ਪਰਸਨ ਹੈ ਜਿਹੜੀ ਕਿ ਇਨਵਿਜ਼ੀਬਲ ਆ, ਮਤਲਬ ਇੱਕ ਪਰਸਨ ਨਹੀਂ ਹੈ ਜਿਹੜਾ ਆਪਾਂ ਨੂੰ ਦਿਖਾਈ ਦੇਊਗਾ, ਇਨਟੈਂਜੀਬਲ ਜਿਹਨੂੰ ਆਪਾਂ ਟੱਚ ਵੀ ਨਹੀਂ ਕਰ ਸਕਦੇ, ਐਂਡ ਐਗਜ਼ਿਸਟਿੰਗ ਹੁੰਦਾ ਮੌਜੂਦ ਕਿਹਦੀ ਨਜ਼ਰਾਂ ਦੇ ਵਿੱਚ ਆ, ਸਿਰਫ ਓਨਲੀ ਇਨ ਦਾ ਆਈਜ਼ ਆਫ ਲਾਅ, ਮਤਲਬ ਕਾਨੂੰਨ ਦੀ ਨਿਗਾਹ ਦੇ ਵਿੱਚ ਇਹ ਹੈ, ਠੀਕ ਆ। ਨੈਕਸਟ ਦੇਖੋ ਆਪਾਂ ਇਹਦੀ ਜਿਹੜੀ ਡੈਫੀਨੇਸ਼ਨ ਪੜ੍ਹੀ ਆ ਉਸ ਤੋਂ ਆਪਾਂ ਨੂੰ ਕੀ ਕਲੀਅਰ ਹੁੰਦਾ। As it is clear from above definitions that जिन्नी भी ऊपर definitions ने उन्होंने तो मेन क्रक्स की निकलता है, मेन मीनिंग की निकलता। देखो, a company is an artificial person created by law। कंपनी की होंदी है एक artificial person होंदी है जिहड़ी कि कानून द्वारा बनाई गई है। It has separate legal entity from the members who compose it। ਇਹਦੀ अलग तो एग्जिस्टेंस आ, एंटिटी होंदी है किसी चीज़ की एग्जिस्टेंस होनी, किसी की अलग तो पछाण होनी। फ्रॉम इट्स मैंबरस मतलब वो मैंबरस जिन्होंने इनू बनाया वो अलग चीज़ आ। इट इज़ अ वॉलंटरी एसोसीएशन ऑफ परसनस ज्वाइनिंग देयर हैंड्स फॉर अ कॉमन ऑबजैक्ट। वॉलंटरी होंदा अपने आप अगे आके किसी एक मेन कॉमन ऑबजैक्ट नूं ध्यान च रख के काम दे लई इकट्ठे होना। सो ये जिन्ने भी परसन इकट्ठे होए उन्होंने सारिਆਂ का एक कॉमन ऑबजैक्ट होगा, जिवें मान लो प्रॉफिट अर्न करना, ठीक है, तो सारे ने इकट्ठे होकर पैसा लगाया। नैक्सट है, इट हैज़ अ कैपिटल विच इज़ कंट्रीब्यूटेड बाय अ लार्ज नंबर ऑफ परसनस नोन एज शेयर होल्डर्स। हुण इहदे विच जिहड़ा पैसा लगाया जाता वो बहुत सारे लोग इकट्ठे मिल के लगाउंदे आ, तो उन्हां लोकां नूं की कहा जाता वा, शेयर होल्डर कहा जाता। नैक्सट देखो इहदे विच द मेन एम ऑफ एवरी कंपनी इज़ टू अर्न प्रॉफिट। हर एक कंपनी का मेन एम की होंदा प्रॉफिट अर्न करना। नैक्सट है, द शेयर्स ऑफ द कंपनी कैन बी ईजीली ट्रांसफर्ड बाय द शेयर होल्डर्स। जे हुण किसी परसन ने मान लो पैसा लगा के शेयर खरीदे हुए आ, ठीक है, तो उसकी मर्जी के नाल किसी नूं भी चाहे तो शेयर ट्रांसफर कर सकदा। द कैपिटल ऑफ द कंपनी इज़ डिवाइडेड इंटू पार्ट्स नोन एज शेयर्स। जिहड़ा कंपनी का पैसा वा उन्होंने कुछ हिस्सों के विच वंडिया जाता वा, तो कल्ले कल्ले पार्ट नूं की नाम दिता जाता वा, शेयर्स, ठीक है जी। अज लई आपां सिर्फ इहदा कंसैप्ट मीनिंग ते डेफिनेशन ही पढ़नी आ। नैक्सट वीडियो दे विच इहदियां जिहड़ियां फीचर्स ने वो आपां डिस्कस करांगे। थैंक यू।